ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬੀ ਜਮਾਤ 12ਵੀਂ ਦਾ ਇੱਕ ਹੋਰ ਕਵਿਤਾ ਮੈਂ ਲੈ ਕੇ ਆ ਗਿਆ ਤੁਹਾਡੇ ਲਈ। ਤਾਜ ਮਹਿਲ। ਇਹ ਕਵਿਤਾ ਤਾਜ ਮਹਿਲ ਪ੍ਰੋਫੈਸਰ ਮੋਹਨ ਸਿੰਘ ਦੁਆਰਾ ਲਿਖੀ ਗਈ ਬਹੁਤ ਹੀ ਪਿਆਰੀ ਕਵਿਤਾ ਹੈ, ਜਿਸ ਵਿੱਚ ਤਾਜ ਮਹਿਲ ਦੇ ਦੋ ਭਾਗਾਂ ਬਾਰੇ ਗੱਲ ਕੀਤੀ ਗਈ ਹੈ। ਦੋ ਪੱਖਾਂ ਬਾਰੇ ਗੱਲ ਕੀਤੀ ਗਈ ਹੈ। ਇੱਕ ਉਸਦੀ ਖੂਬਸੂਰਤੀ ਦੀ ਤੇ ਦੂਜਾ ਉਸਦੇ ਜਿਹੜੇ ਜਿਨ੍ਹਾਂ ਨੇ ਉਸ ਨੂੰ ਬਣਾਇਆ, ਮਜ਼ਦੂਰਾਂ ਦੇ, ਉਹਨਾਂ ਦੇ ਉੱਤੇ ਜਿਹੜੇ ਜ਼ੁਲਮ ਹੋਏ ਨੇ ਤੇ ਉਸ ਦੇ ਬਾਰੇ। ਤੇ ਕਵਿਤਾ ਦੀ ਸ਼ੁਰੂਆਤ ਕਰਦੇ ਹਾਂ ਅਸੀਂ। ਕਵੀ ਜਿਹੜਾ ਹੁੰਦਾ ਕਵਿਤਾ ਦੀ ਸ਼ੁਰੂਆਤ ਕਰਦੇ ਹੋਏ ਤਾਜ ਮਹਿਲ ਦੀ ਖੂਬਸੂਰਤੀ ਬਿਆਨ ਕਰਦਾ ਹੈ ਤੇ ਉਸਦੇ ਰਾਤ ਦਾ ਨਜ਼ਾਰਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਪ੍ਰਗਟ ਕਰਦਾ ਹੈ ਤੇ ਕਹਿੰਦਾ ਹੈ ਕਿ ਉਸਦਾ ਜਿਹੜਾ ਤਾਜ ਮਹਿਲ ਦਾ ਰਾਤ ਦਾ ਨਜ਼ਾਰਾ ਹੈ ਨਾ, ਉਹ ਬਹੁਤ ਸੁੰਦਰ ਉਸਨੂੰ ਜਾਪਦਾ ਮਤਲਬ ਉਹਨੂੰ ਉਸਨੂੰ ਸਮਝ ਆਉਂਦਾ ਹੈ ਕਿ ਉਹ ਬਹੁਤ ਸੁੰਦਰ ਲੱਗਦਾ ਹੈ, ਕਿਉਂਕਿ ਜਿਹੜਾ ਤਾਜ ਮਹਿਲ ਦੇ ਉੱਤੇ ਜਿਹੜਾ ਮਾਰਬਲ ਲੱਗਿਆ, ਉਹ ਸੰਗਮਰਮਰ ਉਸਨੂੰ ਕਹਿੰਦੇ ਨੇ, ਤੇ ਉਹ ਲਿਸ਼ਕ ਰਿਹਾ ਹੁੰਦਾ ਮਤਲਬ ਚਮਕ ਰਿਹਾ ਹੁੰਦਾ ਹੈ। ਤੇ ਐਵੇਂ ਲੱਗਦਾ ਹੈ ਉਹ ਇੰਨਾ ਸ਼ਾਂਤ ਹੁੰਦਾ, ਰਾਤ ਦਾ ਨਜ਼ਾਰਾ ਐਵੇਂ ਕਹਿੰਦਾ ਹੈ ਕਿ ਇੰਨਾ ਸ਼ਾਂਤ ਲੱਗਦਾ ਹੈ, ਇਸ ਲਈ ਉਹ ਕਹਿੰਦਾ ਕਿ ਐਵੇਂ ਲੱਗਦਾ ਕਿ ਉਹ ਸੁੱਤਾ ਪਿਆ ਮਤਲਬ ਉਹ ਸ਼ਾਂਤ ਹੈ ਬਹੁਤ ਜ਼ਿਆਦਾ। ਤੇ ਫਿਰ ਉਸ ਦੇ ਬਾਅਦ ਜਿਹੜਾ ਤਾਰੀਫ ਕਰਨ ਤੋਂ ਬਾਅਦ ਕਵੀ ਜਿਹੜਾ ਆਸ-ਪਾਸ ਦੇ ਨਜ਼ਾਰੇ ਦੀ ਗੱਲ ਕਰਦਾ ਹੈ। ਆਸ-ਪਾਸ ਦੇ ਨਜ਼ਾਰੇ ਦੀ ਗੱਲ ਕਰਦੇ ਕਰਦੇ ਕਵੀ ਕਹਿੰਦਾ ਆਸ-ਪਾਸ ਜਿਹੜੇ ਛੋਟੇ ਬੂਟੇ ਲੱਗੇ ਹੋਏ ਨੇ, ਛੋਟੇ ਪੇੜ ਪੌਦੇ ਲੱਗੇ ਹੋਏ ਨੇ, ਉਹ ਮਨੇ ਜ਼ਮੀਨ ਦੇ ਉੱਤੇ ਪਰਛਾਵੇਂ ਉਸਦੇ ਪੜ ਰਹੇ ਨੇ ਤੇ ਉਹ ਵੀ ਸ਼ਾਂਤ ਨੇ, ਕਿਉਂਕਿ ਰਾਤ ਦੇ ਸਮੇਂ ਜ਼ਿਆਦਾ ਹਲਚਲ ਨਹੀਂ ਹੁੰਦੀ ਤੇ ਕੁਛ ਜ਼ਿਆਦਾ ਹਿਲ ਡੁਲ ਨਹੀਂ ਰਿਹਾ ਹੁੰਦਾ, ਜਿਸ ਕਰਕੇ ਉਹ ਬਿਲਕੁਲ ਸ਼ਾਂਤ ਲੱਗਦਾ। ਐਵੇਂ ਉਹ ਵੀ ਲੱਗਦਾ ਕਿ ਸੁੱਤੇ ਪਏ ਹੋਏ ਹਨ, ਐਵੇਂ ਲੱਗਦਾ ਕਿ ਨਸ਼ੇ ਵਿੱਚ ਵੀ ਹੁੰਦਾ ਨਾ, ਜ਼ਿਆਦਾ ਹਿਲਚਲ ਨਹੀਂ ਹੁੰਦੀ, ਤਾਂ ਉਹ ਵੀ ਐਵੇਂ ਬੋਲਦਾ ਹੈ ਕਵੀ ਕਿ ਉਹ ਨਸ਼ੇ ਵਿੱਚ ਲੱਗਦੇ ਹਨ। ਅਤੇ ਫਿਰ ਕਹਿੰਦਾ ਹੈਗਾ ਵੀ ਕਿ ਜਿਹੜੇ ਉਸਦੀ ਟਾਹਣੀਆਂ ਨੇ, ਉਸਦੇ ਉੱਤੇ ਵੇਲਾਂ ਲੱਗੀਆਂ ਹੋਈਆਂ ਨੇ। ਵੇਲਾਂ ਮਤਲਬ ਜਿਹੜੀਆਂ ਤੁਸੀਂ ਬੈਨਨ ਟਰੀ ਦੇਖਿਆ ਹੋਏਗਾ, ਉਹਦੀ ਵੇਲਾਂ ਲੱਗੀਆਂ ਹੁੰਦੀਆਂ ਨੇ, ਜਿਸਨੂੰ ਜਿਹੜਾ ਮੂਵੀ ਹੈ ਜੰਗਲ ਬੁੱਕ ਵਿੱਚ ਜਿਹੜਾ ਮੋਗਲੀ ਹੈ ਉਹ ਫੜ ਕੇ ਉੱਤੇ ਐਵੇਂ ਨੀਚੇ ਜਾਂਦਾ, ਉਹ ਵੇਲਾਂ ਉਹ ਵੀ ਸ਼ਾਂਤ ਹੁੰਦੀਆਂ ਨੇ। ਕਲੀਆਂ ਵੀ ਇੱਕਦਮ ਜਿਹੜੀ ਫਲਾਵਰਸ ਹੁੰਦੇ ਨੇ, ਕਲੀ ਹੁੰਦੀ ਨੇ ਬੂਟਿਆਂ ਉੱਤੇ, ਉਹ ਵੀ ਸ਼ਾਂਤ ਲੱਗਦੀ ਜੇ ਤੇ ਇੱਕ ਦੂਜੇ ਨਾਲ ਐਵੇਂ ਲੱਗਦਾ ਕਿ ਗੱਲ ਲਾ ਕੇ ਸੁੱਤੀਆਂ ਪਈਆਂ ਨੇ, ਕਿਉਂਕਿ ਇੱਥੇ ਕਵੀ ਸੁੱਤੀਆਂ ਪਈਆਂ ਦਾ ਮਤਲਬ ਉਹਦਾ ਇਹੀ ਹੈ ਕਿ ਉਹ ਬਹੁਤ ਸ਼ਾਂਤ ਨੇ, ਕਿਉਂਕਿ ਰਾਤ ਦਾ ਮਾਹੌਲ ਹੈ ਤੇ ਐਵੇਂ ਉਸਨੂੰ ਸੁੱਤੀਆਂ ਪਈਆਂ ਕਹਿੰਦਾ ਹੈ। ਤੇ ਕਹਿੰਦਾ ਕਿ ਜਿਹੜਾ ਸਾਨੂੰ ਬਤਾਉਂਦਾ ਹੈ ਕਿ ਜਿਹੜਾ ਤਾਜ ਮਹਿਲ ਹੈ ਉਹ ਬਣਾਇਆ ਕਿਹਨੇ ਸੀ? ਸ਼ਾਹਜਹਾਂ ਨੇ ਬਣਾਇਆ ਸੀ, ਤੇ ਉਹ ਜਮਨਾ ਨਦੀ ਦੇ ਕਿਨਾਰੇ ਵਸਿਆ ਹੋਇਆ, ਠੀਕ ਹੈ। ਜਮਨਾ ਨਦੀ ਦੇ ਕਿਨਾਰੇ ਉਹ ਵਸਿਆ ਹੋਇਆ। ਉਹ ਜਿਹੜੀ ਨਦੀ ਹੈ ਉਸ ਦਾ ਮੰਨੀ ਜਾਂਦੀ ਹੈ ਕਿ ਉਹ ਬਹੁਤ ਆਵਾਜ਼ ਨਾਲ ਵਗਦੀ ਹੈ, ਪਰ ਲੇਕਿਨ ਜਿੱਥੇ ਤਾਜ ਮਹਿਲ ਸੀ ਉਸ ਥਾਂ 'ਤੇ ਉਹ ਜੋ ਨਦੀ ਹੈ ਉਹ ਬਹੁਤ ਸ਼ਾਂਤ ਹੋ ਜਾਂਦੀ ਹੈ, ਇਸ ਲਈ ਵੀ ਲੱਗਦਾ ਕਵੀ ਨੂੰ ਕਿ ਉਹ ਨਦੀ ਵੀ ਸੁੱਤੀ ਪਈ ਹੁੰਦੀ ਹੈ ਰਾਤ ਨੂੰ। ਤੇ ਹੁਣ ਤਾਜ ਮਹਿਲ ਦਾ ਜਿਹੜਾ ਪਰਛਾਵਾਂ ਹੈ ਉਹ ਨਦੀ ਉੱਤੇ ਪੈਂਦਾ ਮਤਲਬ ਤਾਜ ਮਹਿਲ ਦੀ ਜਿਹੜੀ ਸ਼ੈਡੋ ਹੈ ਚੰਨ ਦੀ ਰੋਸ਼ਨੀ ਵਿੱਚ, ਉਹ ਉਸਦੇ ਉੱਤੇ ਜਮਨਾ ਦੇ ਉੱਤੇ ਪੈਂਦੀ ਹੈ, ਤੇ ਉਹ ਪਰਛਾਵਾਂ ਵੀ ਸ਼ਾਂਤ ਜਿਹਾ ਹੀ ਹੁੰਦਾ। ਪਰ ਲੇਕਿਨ ਜਿਹੜੀ ਜਮਨਾ ਹੁੰਦੀ ਹੈ ਉਹ ਪਾਣੀ ਦਾ ਵਹਿੰਦਾ ਰਹਿੰਦਾ, ਉਹ ਪਾਣੀ ਅੱਗੇ ਚਲੇ ਜਾਂਦਾ ਤੇ ਪਰਛਾਵਾਂ ਜਿਹੜਾ ਪਿੱਛੇ ਹੀ ਰਹਿ ਜਾਂਦਾ। ਐਵੇਂ ਲੱਗਦਾ ਹੈ ਕਿ ਜਿਹੜਾ ਜਮਨਾ ਦਾ ਪਾਣੀ ਹੈ ਉਹ ਜੋ ਤਾਜ ਮਹਿਲ ਦੇ ਪਰਛਾਵਿਆਂ ਨੂੰ ਉਹਨਾਂ ਨੂੰ ਅਪਹਰਣ ਕਰਕੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ, ਪਰ ਲੇਕਿਨ ਤਾਜ ਮਹਿਲ ਇੰਨਾ ਸ਼ਾਂਤ ਹੁੰਦਾ ਉਸ ਸਮੇਂ, ਐਵੇਂ ਲੱਗਦਾ ਕਿ ਇੰਨਾ ਸ਼ਾਂਤ ਸੁੱਤਾ ਪਿਆ ਹੈ, ਜਿਸ ਵਜ੍ਹਾ ਨਾਲ ਉਹ ਪਰਛਾਵਾ ਉੱਥੇ ਹੀ ਰਹਿ ਜਾਂਦਾ ਹੈ ਤੇ ਜਮਨਾ ਦਾ ਪਾਣੀ ਅੱਗੇ ਚਲੇ ਜਾਂਦਾ ਹੈ, ਜਿਸ ਕਰਕੇ ਕਵੀ ਇੱਕ ਹੋਰ ਵਾਰੀ ਕਹਿੰਦਾ ਕਿ ਉਸਨੂੰ ਜਿਹੜਾ ਤਾਜ ਮਹਿਲ ਦਾ ਮੌਸਮ ਹੈ ਉਹ ਸੁੱਤਾ ਪਿਆ ਲੱਗਦਾ ਹੈ। ਇਹੀ ਕਵਿਤਾ ਇਹਨਾਂ ਦੀ ਤਾਰੀਫ ਕਰਦਾ ਹੈ ਤੇ ਕਹਿੰਦਾ ਸਾਰੀਆਂ ਚੀਜ਼ਾਂ ਸੁੱਤੀਆਂ ਪਈਆਂ ਨੇ, ਪਰ ਲੇਕਿਨ ਮੇਰੀ ਅੱਖਾਂ ਜਿਹੜੀਆਂ ਨੇ ਉਹ ਇਸ ਨਜ਼ਾਰੇ ਨੂੰ ਸੇਵਰ ਕਰ ਰਹੀਆਂ ਨੇ। ਸੇਵਰ ਕਰਨ ਦਾ ਮਤਲਬ ਹੁੰਦਾ ਇੰਗਲਿਸ਼ ਵਿੱਚ ਬੋਲਦੇ ਨਾ ਕਿ ਸੇਵਰ ਕਰ ਰਹੀਆਂ ਨੇ, ਮਤਲਬ ਇੰਜੋਏ ਕਰ ਰਹੀਆਂ ਨੇ ਮਤਲਬ ਉਸਦਾ ਪੂਰਾ ਭਰਪੂਰ ਜਿਹੜਾ ਨਜ਼ਾਰਾ ਮੰਨਦੀਆਂ ਨੇ, ਉਸਦੀਆਂ ਅੱਖਾਂ ਚਮਕ ਰਹੀਆਂ ਹੁੰਦੀਆਂ ਨੇ ਵੇਖ ਕੇ। ਤੇ ਫਿਰ ਐਂ ਤਾਰੀਫ ਕਰਦਾ, ਮੁਗਲ ਬਾਦਸ਼ਾਹ ਦੀ ਵੀ ਤਾਰੀਫ ਕਰਦਾ, ਸ਼ਾਹਜਹਾਂ ਦੀ, ਕਿ ਉਸਦਾ ਕਿੰਨਾ ਅੱਛਾ ਸਵਾਲ ਸੀ ਕਿ ਉਸਨੇ ਐਵੇਂ ਤਾਜ ਮਹਿਲ ਜਿਵੇਂ ਬਿਲਡਿੰਗ ਜਿਹੜੀ ਹੈ ਬਣਵਾਈ, ਠੀਕ ਹੈ। ਤੇ ਇਹੀ ਜਿਹੜਾ ਪਹਿਲਾ ਪਾਰਟ ਹੈ ਸਾਡਾ ਖੂਬਸੂਰਤੀ ਦਾ ਉਹ ਖਤਮ ਹੁੰਦਾ ਹੈ, ਤੇ ਦੂਜਾ ਪਾਰਟ ਅਸੀਂ ਜ਼ੁਲਮ ਦੇ ਬਾਰੇ ਅਸੀਂ ਗੱਲ ਕਰਨਾ ਸ਼ੁਰੂ ਕਰਦੇ ਹਾਂ। ਹੁਣ ਜਿਹੜਾ ਹੈ ਕਵੀ ਗੁੰਬਦ ਵੱਲ ਤੱਕਣ ਦੀ ਕੋਸ਼ਿਸ਼ ਕਰਦਾ ਹੈ ਤੇ ਇੱਕਦਮ ਦੇਖਦਾ ਹੈ ਕਿ ਜਿਹੜਾ ਗੁੰਬਦ ਹੈ ਨਾ ਉਹ ਟੋਟੇ ਹੋ ਜਾਂਦਾ, ਮਤਲਬ ਟੁੱਟ ਜਾਂਦਾ ਹੈ,
ਤੇ ਉਸ ਵਿੱਚੋਂ ਨਾ ਚਿੱਖਾਂ ਪੁਕਾਰਾਂ ਨਿਕਲ ਰਹੀ ਹੁੰਦੀਆਂ। ਉਹ ਚਿੱਖਾਂ ਪੁਕਾਰਾਂ ਕਿਸ ਦੀਆਂ ਹੁੰਦੀਆਂ ਨੇ? ਮਜ਼ਦੂਰਾਂ ਦੀ ਹੁੰਦੀਆਂ ਨੇ ਤੇ ਮਜ਼ਦੂਰੀਆਂ ਦੀਆਂ ਹੁੰਦੀਆਂ ਨੇ, ਜਿਹੜੇ ਜਿਨ੍ਹਾਂ ਨੇ ਤਾਜ ਮਹਿਲ ਤੇ ਕੰਮ ਕੀਤਾ ਪਰ ਲੇਕਿਨ ਉਹਨਾਂ ਤੇ ਬਹੁਤ ਜ਼ਿਆਦਾ ਜ਼ੁਲਮ ਹੋਏ। ਠੀਕ ਹੈ, ਉਹਨਾਂ ਦੀ ਗੱਲ ਕਰਦੇ ਨੇ। ਤੇ ਫਿਰ ਕਵੀ ਜਿਹੜਾ ਹੈ ਉਹਨਾਂ ਤੇ ਹੋਏ ਹੋਏ ਜ਼ੁਲਮ ਦੀ ਗੱਲ ਕਰਦਾ ਤੇ ਕਹਿੰਦਾ ਹੈ ਕਿ ਉਹਨਾਂ ਨੂੰ ਨਾ ਜ਼ਬਰਦਸਤੀ ਕੰਮ ਕਰਵਾਇਆ ਜਾਂਦਾ ਸੀ। ਉਹਨਾਂ ਦੇ ਛੋਟੇ ਬੱਚੇ ਸੀ ਪਰ ਲੇਕਿਨ ਉਹਨਾਂ ਨੂੰ ਪੂਰਾ ਪੂਰਾ ਦਿਨ ਕੰਮ ਕਰਵਾਇਆ ਜਾਂਦਾ ਸੀ। ਰੁਕਣ ਦੀ ਵੇਲ ਵੀ ਨਹੀਂ ਦਿੱਤੀ ਜਾਂਦੀ ਸੀ, ਜਿਸ ਕਰਕੇ ਉਹਨਾਂ ਦੇ ਹੱਥ ਦੇ ਜਿਹੜੇ ਨੇ ਛਾਲੇ ਪੜ ਗਏ ਨੇ। ਛਾਲੇ ਪੜ ਗਏ ਨੇ ਮਤਲਬ ਹੱਥ ਦੇ ਛਾਲੇ ਪੜ ਜਾਂਦੇ ਨੇ ਤੇ ਪੈਰ ਉਹਨਾਂ ਦੇ ਪਾਟ ਗਏ ਨੇ ਇੰਨਾ ਕੰਮ ਕਰਕੇ। ਤੇ ਜ਼ਬਰਨ ਉਹਨਾਂ ਤੋਂ ਕੰਮ ਕਰਾਇਆ ਜਾਂਦਾ ਸੀ, ਜਾਂ ਜੇ ਕੰਮ ਨਾ ਕਰੀਏ ਤਾਂ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ। ਤਾਂ ਇਸ ਲਈ ਵੀ ਉਹ ਬੇਵਸ ਸੀ, ਉਹ ਕੰਮ ਕਰਦੇ ਸੀ। ਉਹਨਾਂ ਦੇ ਬੱਚੇ ਛੋਟੇ ਛੋਟੇ ਰੋ ਰਹੇ ਹੁੰਦੇ ਸੀ, ਮਾਂ ਨੂੰ ਤਰਸ ਰਹੇ ਹੁੰਦੇ ਸੀ ਕਿ ਉਹਨਾਂ ਦੀ ਮਾਂ ਆਏਗੀ ਉਹਨਾਂ ਨੂੰ ਖਿਡਾਏਗੀ, ਪਰ ਉਹ ਨਹੀਂ ਖਿਡਾ ਸਕਦੀ ਸੀ ਕਿਉਂਕਿ ਉਹ ਬੇਵਸ ਸੀ। ਬੇਵਸ ਸੀ, ਉਸ ਕਰ ਕੁਛ ਨਹੀਂ ਸੀ। ਉਹਨਾਂ ਦਾ ਸਰੀਰ ਜਿਹੜਾ ਤਾਂ ਪਤਲਾ ਹੋ ਜਾਂਦਾ ਹੈ ਕਿਉਂਕਿ ਉਹ ਲਗਾਤਾਰ ਕੰਮ ਹੀ ਕਰ ਰਹੇ ਨੇ। ਉਹ ਖਾਣ ਨੂੰ ਉਹਨਾਂ ਨੂੰ ਵੇਲ ਨਹੀਂ, ਕੁਛ ਨਹੀਂ ਕਰਨ ਨੂੰ ਵੇਲ ਨਹੀਂ ਮਿਲਦੀ। ਜਿਹੜੇ ਬੱਚੇ ਨੇ ਉਹ ਵੀ ਭੁੱਖੇ ਹੁੰਦੇ ਨੇ, ਮਾਂ ਦੀ ਇੰਤਜ਼ਾਰ ਕਰ ਰਹੇ ਹੁੰਦੇ ਨੇ, ਪਰ ਲੇਕਿਨ ਮਾਂ ਉੱਥੇ ਉਹਨਾਂ ਦੀ ਨਹੀਂ ਆ ਸਕਦੀ। ਤੇ ਐਵੇਂ ਕਹਿੰਦਾ ਕਿ ਇਸ ਕਰਕੇ ਉਸ ਨੂੰ ਜਿਹੜਾ ਸ਼ਾਹਜਹਾਂ ਹੁੰਦਾ ਹੈ, ਜਿਹੜਾ ਤਾਜ ਮਹਿਲ ਬਣਵਾ ਰਿਹਾ ਹੁੰਦਾ, ਉਸਨੂੰ ਪੱਥਰ ਦਿਲ ਜਾਪਦਾ ਹੈ। ਕਿਉਂ? ਕਿਉਂਕਿ ਉਹ ਇਹਨਾਂ ਤੇ ਜ਼ੁਲਮ ਕਰ ਰਿਹਾ। ਇਹ ਖੂਬਸੂਰਤੀ ਕਿਹੜੀ ਜਿਸ ਦੇ ਕਰਕੇ ਲੋਕਾਂ ਨੂੰ ਜ਼ੁਲਮ ਸਹਿਣਾ ਪੜੇ, ਜਿਸ ਦੇ ਕਰਕੇ ਬੱਚੇ ਭੁੱਖੇ ਰਹਿ ਜਾਣ, ਜਿਸ ਦੇ ਕਰਕੇ ਜਿਹੜਾ ਹੈ ਦੁੱਖ ਹੋਏ ਕਿਸੇ ਨੂੰ, ਉਹ ਖੂਬਸੂਰਤੀ ਨਹੀਂ ਕਿਹਾਈ ਜਾਂਦੀ। ਇਹੀ ਕਵਿਤਾ ਵਿੱਚ ਸਾਡਾ ਕਵੀ ਕਹਿਣਾ ਚਾਹੁੰਦਾ ਹੈ। ਤੇ ਦੋ ਭਾਗਾਂ ਵਿੱਚ ਤਾਜ ਮਹਿਲ ਨੂੰ ਉਹ ਡਿਵਾਈਡ ਕਰਦਾ ਹੈ। ਫਸਟ ਖੂਬਸੂਰਤੀ ਵਿੱਚ, ਦੂਜਾ ਜ਼ੁਲਮ ਵਿੱਚ। ਖੂਬਸੂਰਤੀ ਵਿੱਚ ਉਹ ਉਸਦੇ ਰਾਤ ਦੇ ਨਜ਼ਾਰੇ ਬਾਰੇ ਗੱਲ ਕਰਦਾ ਹੈ, ਤੇ ਜ਼ੁਲਮ ਵਿੱਚ ਉਹ ਦੱਸਦਾ ਹੈ ਕਿ ਕਿਵੇਂ ਜਿਹੜਾ ਤਾਜ ਮਹਿਲ ਤੇ ਕੰਮ ਕਰਦੇ ਸੀ ਮਜ਼ਦੂਰ, ਉਹਨਾਂ ਦੇ ਉੱਤੇ ਜ਼ੁਲਮ ਕੀਤੇ ਜਾਂਦੇ ਸੀ। ਚਲਿਏ ਅਸੀਂ ਹੁਣ ਇਸ ਦੇ ਮੋਸਟ ਇੰਪੋਰਟੈਂਟ ਕੁਐਸਚਨ ਕੁਝ ਕਰ ਲੈਂਦੇ ਆ। ਤੇ ਸਭ ਤੋਂ ਮੋਸਟ ਇੰਪੋਰਟੈਂਟ ਕਵੀ ਦਾ ਨਾਮ ਦੱਸੋ? ਪ੍ਰੋਫੈਸਰ ਮੋਹਨ ਸਿੰਘ। ਤੇ ਕੀ ਨਾਮ ਹੈ ਕਵੀ ਤਾਜ ਮਹਿਲ ਦੀ ਕਵਿਤਾ ਨੂੰ ਕਿੰਨੇ ਦੋ ਭਾਗਾਂ ਵਿੱਚ ਡਿਵਾਈਡ ਕਰਦਾ ਹੈ? ਤਾਂ ਪਹਿਲਾ ਜੇ ਖੂਬਸੂਰਤੀ ਆ ਜਾਏਗਾ ਜਿਸ ਵਿੱਚ ਉਹ ਰਾਤ ਦੇ ਨਜ਼ਾਰੇ ਦੀ ਗੱਲ ਕਰਦਾ ਹੈ, ਤੇ ਦੂਜੇ ਵਿੱਚ ਜ਼ੁਲਮ ਆ ਜਾਏਗਾ ਜਿਹੜਾ ਮਜ਼ਦੂਰਾਂ ਉੱਤੇ ਜ਼ੁਲਮ ਉਹ ਹੁੰਦਾ ਹੈ ਉਸਦੇ ਬਾਰੇ ਗੱਲ ਕਰਦਾ ਹੈ। ਤੇ ਇੱਕ ਕੁਐਸਚਨ ਆ ਜਾਏਗਾ, ਬਣ ਜਾਏਗਾ ਕਿ ਕਵੀ ਨੂੰ ਸਭ ਕੁਝ ਸੁੱਤਾ ਪਿਆ ਕਿਉਂ ਜਾਪਦਾ ਹੈ? ਇਸ ਦਾ ਆਨਸਰ ਇਹ ਹੋਏਗਾ ਕਿ ਉਸਨੂੰ ਸੁੱਤਾ ਪਿਆ ਇਸ ਲਈ ਜਾਪਦਾ ਹੈ ਕਿਉਂਕਿ ਰਾਤ ਦਾ ਸਮੇਂ ਹੁੰਦਾ ਹੈ ਤੇ ਨਾਲੇ ਵੀ ਕਿਸ ਚੀਜ਼ ਵਿੱਚ ਐਵੇਂ ਹਲਚਲ ਨਹੀਂ ਹੁੰਦੀ, ਤੇ ਇਸ ਲਈ ਕਵੀ ਨੂੰ ਸਭ ਕੁਝ ਸੁੱਤਾ ਪਿਆ ਜਾਪਦਾ ਹੈ। ਤੇ ਕਵੀ ਇਹ ਕਿਉਂ ਕਹਿੰਦਾ ਹੈ ਕਿ ਜੋ ਤਾਜ ਮਹਿਲ ਹੈ ਉਹ ਲਿਸ਼ਕਾਰੇ ਮਾਰ ਰਿਹਾ ਹੈ? ਤਾਜ ਮਹਿਲ ਲਿਸ਼ਕਾਰੇ ਇਸ ਲਈ ਮਾਰ ਰਿਹਾ ਕਿਉਂਕਿ ਰਾਤ ਦਾ ਸਮੇਂ ਸੀ, ਤੇ ਰਾਤ ਦੇ ਸਮੇਂ ਵਿੱਚ ਜੋ ਸੰਗਮਰਮਰ ਹੈ, ਜਿਹੜਾ ਪੱਥਰ ਤਾਜ ਮਹਿਲ ਤੇ ਲੱਗਿਆ ਹੋਇਆ ਹੈ, ਉਹ ਚੰਦ ਦੀ ਰੋਸ਼ਨੀ ਵਿੱਚ ਲਿਸ਼ਕਾਰੇ ਮਾਰ ਰਿਹਾ, ਚਮਕ ਰਿਹਾ। ਇਸ ਲਈ ਕਵੀ ਜਿਹੜਾ ਹੈ ਤਾਜ ਮਹਿਲ ਨੂੰ ਲਿਸ਼ਕਾਰੇ ਮਾਰਦਾ ਹੋਇਆ ਦੱਸਦਾ ਹੈ। ਤੇ ਕੀ ਨਾਮ ਹੈ ਕਵੀ ਤਾਜ ਮਹਿਲ ਦੇ ਆਸ-ਪਾਸ ਦੇ ਨਜ਼ਾਰੇ ਬਾਰੇ ਕੀ ਕਹਿੰਦਾ ਹੈ? ਕਵੀ ਤਾਜ ਮਹਿਲ ਦੇ ਆਸ-ਪਾਸ ਦੇ ਨਜ਼ਾਰੇ ਬਾਰੇ ਕਹਿੰਦਾ ਹੈ ਕਿ ਉਸ ਦੇ ਪਾਸ ਛੋਟੇ ਮੋਟੇ ਬੂਟੇ ਹੁੰਦੇ ਨੇ, ਪੇੜ ਪੌਦੇ ਹੁੰਦੇ ਨੇ, ਤੇ ਉਹ ਘਾਹ ਦੇ ਵੱਲ ਉਹਨਾਂ ਦਾ ਘਾਹ ਹੁੰਦਾ ਹੈ, ਜਿਹੜੀ ਜ਼ਮੀਨ ਹੁੰਦੀ ਹੈ ਉਹਨਾਂ ਤੇ ਉਸਦੀ ਛਾਂ ਪੜ ਰਹੀ ਹੈ, ਤੇ ਉਹਨੂੰ ਲੱਗਦਾ ਹੈ ਕਿ ਇਹ ਇੰਨਾ ਸ਼ਾਂਤ ਸੁਭਾਅ ਹੈ, ਇੰਨਾ ਸੁੰਦਰ ਹੈ ਕਿ ਉਹ ਉਸਨੂੰ ਸੁੱਤਿਆ ਪਿਆ ਲੱਗਦਾ ਹੈ। ਉਹ ਕਹਿੰਦਾ ਹੈ ਕਿ ਜਿਹੜਾ ਤਾਜ ਮਹਿਲ ਉਹ ਜਮਨਾ ਕਿਨਾਰੇ ਵਸਿਆ ਹੋਇਆ ਹੈ। ਤੇ ਨਾਲ ਹੀ ਕਹਿੰਦਾ ਹੈ ਕਿ ਜਿਹੜੀ ਟਾਹਣੀਆਂ ਨੇ, ਵੇਲਾਂ ਨੇ, ਕਲੀਆਂ ਨੇ, ਫੁੱਲ ਨੇ, ਉਹ ਸਾਰੇ ਉਸਨੂੰ ਲੱਗਦਾ ਹੈ ਕਿ ਇੱਕ ਸਾਥ ਮਿਲ ਕੇ ਗਲ ਲਾ ਕੇ ਉਹਨਾਂ ਨੂੰ ਸੁੱਤਿਆਂ ਪਿਆ, ਕਿਉਂਕਿ ਉਸ ਟਾਈਮ 'ਤੇ ਜ਼ਿਆਦਾ ਹਲਚਲ ਨਹੀਂ ਹੁੰਦੀ, ਰਾਤ ਦਾ ਸਮਾਂ ਹੁੰਦਾ ਹੈ। ਤੇ ਜਮਨਾ ਕਿਨਾਰੇ ਉਸਨੂੰ ਲੱਗਦਾ ਕਿ ਤਾਜ ਮਹਿਲ ਵਸਿਆ ਹੋਇਆ ਹੈ, ਉਹ ਦੱਸਦਾ ਹੈ। ਤੇ ਕਹਿੰਦਾ ਕਿ ਜਿਹੜਾ ਤਾਜ ਮਹਿਲ ਦਾ ਪਰਛਾਵਾਂ ਹੈ ਉਹ ਵੀ ਜਮਨਾ ਤੇ ਪੜਦਾ ਹੈ, ਤੇ ਉਹਨੂੰ ਲੱਗਦਾ ਹੈ ਕਿ ਤਾਜ ਮਹਿਲ ਵੀ ਸੁੱਤਾ ਪਿਆ। ਹੁਣ ਕਵੀ ਇੱਕ ਕੁਐਸਚਨ ਆ ਸਕਦਾ ਤੁਹਾਡਾ ਕਿ ਜ਼ੁਲਮ ਬਾਰੇ ਗੱਲ ਕਰੋ, ਜਿਹੜਾ ਤਾਜ ਮਹਿਲ ਬਣਵਾਉਣ ਵੇਲੇ ਸ਼ਾਹਜਹਾਂ ਨੇ ਮਜ਼ਦੂਰੀਆਂ ਉੱਤੇ ਕੀ ਜ਼ੁਲਮ ਕੀਤਾ ਸੀ? ਤਾਂ ਤੁਸੀਂ ਲਿਖਣਾ ਹੈ ਜ਼ੁਲਮ ਕੀਤਾ ਸੀ ਕਿ ਉਹਨਾਂ ਤੋਂ ਜਬਰਨ ਕੰਮ ਕਰਵਾਇਆ ਜਾਂਦਾ ਸੀ, ਤੇ ਪੂਰਾ ਦਿਨ ਉਹਨਾਂ ਤੋਂ ਕੰਮ ਕਰਵਾਇਆ ਜਾਂਦਾ ਸੀ। ਉਹਨਾਂ ਨੂੰ ਖਾਣ ਦੀ ਵੇਲ ਵੀ ਨਹੀਂ ਦਿੱਤੀ ਜਾਂਦੀ ਸੀ, ਤੇ ਉਹਨਾਂ ਦੇ ਬੱਚੇ ਉਹਨਾਂ ਤੋਂ ਦੂਰ ਰੱਖੇ ਜਾਂਦੇ ਸੀ, ਤੇ ਬੱਚੇ ਰੋ ਰਹੇ ਹੁੰਦੇ ਸੀ, ਭੁੱਖੇ ਹੁੰਦੇ ਸੀ, ਪਰ ਲੇਕਿਨ ਉਹਨਾਂ ਨੂੰ ਉਹਦੀ ਮਾਂ ਜਿਹੜੀ ਹੈ ਨਹੀਂ ਮਿਲ ਪਾਉਂਦੀ ਸੀ। ਤੇ ਕਹਿੰਦੇ ਨੇ ਕਿ ਉਹਨਾਂ ਦੇ ਹੱਥ 'ਚ ਛਾਲੇ ਹੁੰਦੇ ਨੇ, ਤੇ ਉਹਨਾਂ ਦੇ ਪੈਰ ਜਿਹੜੇ ਨੇ ਪਾਟੇ ਹੋਏ ਹੁੰਦੇ ਨੇ। ਤੇ ਇਹ ਜ਼ੁਲਮ ਦੀ ਗੱਲ ਹੋ ਗਈ। ਤੇ ਕਵੀ ਆਖਿਰ ਵਿੱਚ ਕਿਉਂ ਕਹਿੰਦਾ ਹੈ ਕਿ ਇਹ ਖੂਬਸੂਰਤੀ ਨਹੀਂ? ਇਸ ਦਾ ਆਨਸਰ ਇਹ ਹੋ ਜਾਏਗਾ ਕਿ ਇਹ ਖੂਬਸੂਰਤੀ ਇਸ ਲਈ ਨਹੀਂ ਕਿਹਾ ਜਾ ਸਕਦਾ ਕਿਉਂਕਿ
ਇਸ ਖੂਬਸੂਰਤੀ ਵਿੱਚ ਕਿਸੇ ਦੇ ਉੱਤੇ ਬਹੁਤ ਬੁਰਾ ਜ਼ੁਲਮ ਕੀਤਾ ਗਿਆ, ਕਿਸੇ ਨੂੰ ਭੁੱਖਾ ਰੱਖਿਆ ਗਿਆ, ਕਿਸੇ ਦੇ ਹੱਥ ਦੇ ਛਾਲੇ ਪੈ ਗਏ ਨੇ, ਕਿਸੇ ਨੂੰ ਜਬਰਨ ਤੇ ਮਾਰਿਆ ਕੁੱਟਿਆ ਜਾਂਦਾ ਹੈ। ਇਸ ਲਈ ਇਸ ਖੂਬਸੂਰਤੀ ਨੂੰ ਖੂਬਸੂਰਤੀ ਨਹੀਂ ਕਿਹਾ ਜਾ ਸਕਦਾ। ਇਹ ਸੀ ਤੁਹਾਡਾ ਤਾਜ ਮਹਿਲ ਚੈਪਟਰ। ਬਹੁਤ ਈਜ਼ੀਲੀ ਅਸੀਂ ਇਸ ਨੂੰ ਕੰਪਲੀਟ ਕਰ ਲਿਆ ਤੇ ਇਸ ਦਾ ਸਾਰ ਅਸੀਂ ਪੜ੍ਹ ਲਿਆ ਹੈ ਤੇ ਮੋਸਟ ਇੰਪੋਰਟੈਂਟ ਕੁਐਸਚਨਸ ਵੀ ਕਰ ਲਿਆ ਅਸੀਂ। ਤੇ ਇਹੀ ਇਹਨਾਂ ਦੇ ਕੁਐਸਚਨ ਜਿਹੜੇ ਇਸ ਚੈਪਟਰ ਤੋਂ ਫਰੇਮ ਹੋ ਸਕਦੇ ਨੇ, ਬਣ ਸਕਦੇ ਨੇ, ਤਾਂ ਤੁਸੀਂ ਇਹੀ ਲਿਖ ਕੇ ਆਣੇ ਨੇ ਐਗਜ਼ੈਕਟ। ਤੇ ਤੁਸੀਂ ਨੋਟਸ ਜ਼ਰੂਰ ਬਣਾ ਲੈਣਾ ਤੇ ਐਵੇਂ ਜਿਹੀ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਰ ਲਿਓ। ਥੈਂਕ ਯੂ।